ਸਲਾਮੁਅਲੈਕਮ। ਹਰ ਪਾਸੇ ਤਬਾਹੀ ਤਬਾਹੀ। ਜਿਸ ਸਾਈਡ ਤੇ ਦੇਖੋ, ਜਿਸ ਸ਼ਹਿਰ 'ਚ ਦੇਖੋ, ਜਿਸ ਪਿੰਡ 'ਚ ਦੇਖੋ, ਲੋਕਾਂ ਦਾ ਮਾਲੀ ਔਰ ਜਾਨੀ ਇਤਨਾ ਜ਼ਿਆਦਾ ਨੁਕਸਾਨ ਹੋਇਆ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਕਈਆਂ ਜਗ੍ਹਾ ਤੇ ਅਸੀਂ ਜਾ ਕੇ ਤੇ ਇਹਨਾਂ ਚੀਜ਼ਾਂ ਨੂੰ ਦੇਖਿਆ ਕਿ ਲੋਕਾਂ ਦਾ ਸਭ ਤੋਂ ਪਹਿਲਾਂ ਤੇ ਲੋਕਾਂ ਦੀਆਂ ਜਾਨੀ ਜਿਹੜਾ ਨੁਕਸਾਨ ਹੋਇਆ ਉਹਦਾ ਕੋਈ ਉਹਦੇ ਹੁਣ ਤੁਸੀਂ ਦੇਖੋ ਕਿ ਕਈ ਬੰਦਿਆਂ ਦੀਆਂ ਵੀ ਗਲਤੀਆਂ ਨੇ। ਇਸ ਗੱਡੀ ਦੇ ਵਿੱਚ ਦੋ ਮੁੰਡੇ ਨੇ, ਉਹਨਾਂ ਨੂੰ ਮਨਾ ਕਰਨ ਦੇ ਬਾਵਜੂਦ ਉਹਨਾਂ ਨੇ ਆਪਣੀ ਜਿਹੜੀ ਹੈ ਨਾ ਜ਼ਿੱਦ ਉਹ ਕਿ ਸਾਡੀ ਗੱਡੀ ਲੰਘ ਜਾਏਗੀ। ਹੁਣ ਇਹੋ ਜਿਹਾ ਪਾਣੀ ਨਾਲ ਮੱਥਾ ਲਾਣਾ, ਅੱਲਾ ਨਾਲ ਮੱਥਾ ਲਾਣ, ਹੁਣ ਉਹ ਦੋਏ ਵਿੱਚ ਜਾਂਦੇ ਰਹੇ ਕਿਉਂਕਿ ਕੋਈ ਚੀਜ਼ਾਂ ਐਸੀਆਂ ਆਫਤਾਂ ਹੁੰਦੀਆਂ ਨੇ। ਕੁਝ ਪਾਣੀ ਨਾਲ ਤੇ ਮੱਥਾ ਲਾ ਹੀ ਨਹੀਂ ਸਕਦਾ। ਦੁਨੀਆ ਦੀ ਕੋਈ ਤਾਕਤ ਵੀ, ਕੋਈ ਰੁੱਖ ਇਹਨਾਂ ਦਾ ਬਦਲ ਨਹੀਂ ਸਕਦਾ ਕਿਉਂਕਿ ਪਾਣੀ ਜਿਸ ਬਹਾਵ ਤੇ ਜਾਏ, ਜਿਸ ਰੁੱਖ ਦੀ ਤਰਫ ਜਾਏ, ਉਹਨੂੰ ਜਾਣ ਹੀ ਦਿੱਤਾ ਜਾਏ ਤੇ ਬਿਹਤਰ ਹੈ। ਵਗਰਨਾ ਤੁਹਾਡੇ ਬੰਨ ਜਦੋਂ ਅੱਲਾ ਦੀ ਤਰਫੋਂ ਜਿਹੜਾ ਨਾ ਪਾਣੀ ਆਉਂਦਾ ਨਾ ਤੇ ਫਿਰ ਉਹ ਬੰਨ ਨਹੀਂ ਦੇਖਦਾ। ਸਾਰੇ ਪਿੰਡ ਡੁੱਬੇ ਨੇ, ਸਾਰੇ ਸ਼ਹਿਰ ਡੁੱਬੇ ਨੇ। ਲੋਕਾਂ ਦਾ ਇੰਨਾ ਨੁਕਸਾਨ ਕਿ ਜਾਨੀ ਤੋਂ ਇਲਾਵਾ ਫਿਰ ਮਾਲੀ, ਲੋਕਾਂ ਦੇ ਜਾਨਵਰ, ਲੋਕਾਂ ਦੇ ਦੇਖੋ ਸਾਰਾ ਪਿੰਡ ਯਾਨੀ ਦਰਿਆ ਆਪਣੇ ਪੁਲਾਂ ਤੋਂ ਉੱਤੋਂ ਦੀ ਪਾਣੀ ਲੈ ਕੇ ਜਾ ਰਹੇ। ਇਸ ਤੋਂ ਪਹਿਲਾਂ ਅਸੀਂ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਦੇ ਵਿੱਚ ਮਦਦੀ ਟੀਮਾਂ ਜਾ ਰਹੀਆਂ ਸਨ ਕਿ ਉੱਥੇ ਲੋਕਾਂ ਦੀ ਮਦਦ। ਹੁਣ ਪੂਰਾ ਪੰਜਾਬ ਪਾਣੀ ਦੀ ਲਪੇਟ ਵਿੱਚ। ਪੂਰਾ ਸੈਲਾਬ ਦਾ ਸਾਰਾ ਜ਼ੋਰ ਜਿਹੜਾ ਉਹ ਦਰਿਆ ਚਨਾਬ ਦੀ ਤਰਫ ਜਿਹੜਾ ਉਹ ਜ਼ਿਆਦਾ ਜ਼ੋਰ ਹੈ। ਜੇਹਲਮ ਥੋੜ੍ਹਾ ਜਿਹਾ ਬਚਿਆ ਹੈ ਲੇਕਿਨ ਹੈਡ ਹਾਨਕੀ ਔਰ ਦਰਿਆ ਚਨਾਬ ਔਰ ਸਤਲਜ ਔਰ ਇਸ ਸਾਈਡ ਦੇ ਉੱਤੇ ਜਿਤਨਾ ਪਾਣੀ ਦੀ ਅਸਲ ਜ਼ੋਰ ਹੈ ਉਹ ਦਰਿਆ ਰਾਵੀ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਹੈ। ਯਾਨੀ ਇਹ ਵੀ ਸਮਝ ਲਓ 1988 ਦੇ ਵਿੱਚ ਆਇਆ ਸੀ। 1988 ਤੋਂ ਬਾਅਦ ਇਹ ਹੁਣ ਕਰਤਾਰਪੁਰ ਜਿਹੜਾ ਸਿੱਖਾਂ ਦੀ ਇਬਾਦਤਗਾਹ ਹੈ ਔਰ ਇਹ ਸਾਰੀ ਪਾਣੀ 'ਚ ਡੁੱਬੀ। ਪੂਰਾ ਜਿਤਨੇ ਵੀ ਉਹਨਾਂ ਦੇ ਕਹਿ ਸਕਦੇ ਹੋ ਕਿ ਜਿੰਨੇ ਏਰੀਏ ਦੇ ਵਿੱਚ ਉਹਨਾਂ ਦਾ ਬੰਦੋਬਸਤ ਹੈ, ਉਹਨਾਂ ਦੀਆਂ ਬਿਲਡਿੰਗਾਂ ਨੇ, ਇਬਾਦਤ ਕਰਦੇ ਨੇ, ਸਾਰੀ ਟੋਟਲ ਛੱਤ ਤੱਕ ਜਿਹੜੀ ਹੈ ਉਹ ਪਾਣੀ ਚਲਾ ਗਿਆ। ਯਾਨੀ ਉਹਨਾਂ ਦੀ ਸਮਝ ਲਓ ਛੱਤ ਤੋਂ ਵੀ ਉੱਤੇ ਪਾਣੀ ਸੀ। ਬਾਕੀ ਅਸੀਂ ਇਹ ਰਸਤੇ 'ਚ ਦੇਖ ਰਹੇ ਹਾਂ ਸਾਰੇ ਪਿੰਡ ਲੋਕ ਵਿਚਾਰੇ ਬਈ ਯਾਰੋ ਮਦਦਗਾਰ, ਕੋਈ ਮਦਦੀ ਟੀਮਾਂ ਇੱਥੇ ਕੀ ਕਰ ਸਕਦੇ ਨੇ। ਕੋਈ ਇੱਕ ਅੱਧਾ 10 20 100 50 ਜਾਂ 500 ਬੰਦਾ ਤੇ ਨਹੀਂ ਹੈ ਕਿ ਬਈ ਜਿਹਦੀ ਮਦਦ ਕੀਤੀ ਜਾਏ। ਇਹ ਤੇ ਲੱਖਾਂ ਦੇ ਹਿਸਾਬ ਨਾਲ ਉਹ ਲੋਕ ਆਪਣੀ ਮਦਦ ਆਪ ਦੇ ਤਹਿਤ ਬਾਹਰ ਨਿਕਲ ਰਹੇ ਨੇ ਔਰ ਜਾਨਵਰ ਵੀ ਵਿੱਚੇ ਛੱਡ ਦਿੱਤੇ ਨੇ। ਉਹ ਲੋਕ ਆਪਣੀਆਂ ਜਾਨਾਂ ਬਚਾ ਕੇ ਬਾਹਰ ਨਿਕਲ ਰਹੇ ਨੇ। ਲੋਕਾਂ ਦੇ ਘਰਾਂ 'ਚ ਪਾਣੀ ਹੈ, ਲੋਕਾਂ ਦੀਆਂ ਬਿਲਡਿੰਗਾਂ, ਲੋਕਾਂ ਦੇ ਬਿਸਤਰੇ, ਖਾਣੇ ਪੀਣੇ ਦੀ ਅਸ਼ੀਆ, ਕੋਈ ਖੁਰਦੋ ਨੋਸ਼, ਹਰ ਚੀਜ਼ ਦੀ ਕਮੀ। ਸਮਝ ਲਓ ਕਿ ਸਾਰੇ ਪਾਸੇ ਪਾਣੀ। ਲੋਕਾਂ ਦੇ ਖਾਣ ਪੀਣ ਦਾ ਤੇ ਸਿਸਟਮ ਹੀ ਖਤਮ ਹੋ ਗਿਆ। ਠੀਕ ਹੈ, ਅਗਰ ਤੁਸੀਂ ਉਹਨਾਂ ਵਾਸਤੇ ਦੁਆ ਕਰ ਸਕਦੇ ਹੋ ਕਿ ਬਈ ਅੱਲਾਹ ਤਾਲਾ ਉਹਨਾਂ 'ਤੇ ਰਹਿਮ ਕਰੇ। ਉਹ ਲੋਕ ਵਿਚਾਰੇ ਜਿਹੜੇ ਜਿਨ੍ਹਾਂ ਦੇ ਬੱਚੇ ਛੋਟੇ ਔਰ ਔਰਤਾਂ ਔਰ ਮਰਦ ਜਿਹੜੇ ਨੇ ਉਹ ਕਿੰਨੀਆਂ ਕੁ ਮਦਦਾਂ ਕਰ ਸਕਦੇ ਨੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਖੁਸ਼ਕੀ ਜਗ੍ਹਾ 'ਤੇ ਆ ਸਕਦੇ ਨੇ। ਲੇਕਿਨ ਖੁਸ਼ਕ ਜਗ੍ਹਾ 'ਤੇ ਆ ਕੇ ਰਹਿਣ ਦੇ ਕਿਸ ਤਰ੍ਹਾਂ, ਖਾਣ ਦੇ ਕਿਸ ਤਰ੍ਹਾਂ, ਸੌਣ ਦੇ ਕਿਸ ਤਰ੍ਹਾਂ, ਉਹਨਾਂ ਵਾਸਤੇ ਕੋਈ ਇੰਨਾ ਬੰਦੋਬਸਤ, ਇੰਨੇ ਲੱਖਾਂ ਦੇ ਹਿਸਾਬ ਨਾਲ ਬੰਦਿਆਂ ਦਾ ਕਿਸ ਤਰ੍ਹਾਂ ਕੀਤਾ ਜਾਏ। ਲੇਕਿਨ ਅੱਲਾ ਮਾफ़ ਕਰੇ, ਇਸ ਤਰ੍ਹਾਂ ਦੀਆਂ ਆਫਤਾਂ ਸਮਝ ਲਓ ਕਿ ਚੈਕਿੰਗ ਹੈ। ਇਹ ਤੁਹਾਡਾ ਸਬਰ ਹੈ ਕਿ ਤੁਹਾਡੀ ਅੱਲਾ ਦੀ ਤਰਫੋਂ ਇੱਕ ਪਕੜ ਹੁੰਦੀ ਹੈ। ਅੱਲਾ ਦੀ ਜਿਤਨਾ ਹੋ ਸਕਦਾ ਮਾफ़ੀ ਮੰਗੋ। ਦਰਿਆ ਚਨਾਬ ਦੀ ਇਹ ਪੋਜੀਸ਼ਨ ਹੈ ਕਿ ਤੁਹਾਡੀ ਨਜ਼ਰ ਨਹੀਂ ਠਹਿਰਦੀ। ਯਾਨੀ ਤੁਸੀਂ ਉੱਥੋਂ ਦੇਖ ਨਹੀਂ ਸਕਦੇ ਕਿ ਇਸ ਕਿਸਮ ਦੀ ਰਫ਼ਤਾਰ ਹੈ ਪਾਣੀ ਦੀ ਔਰ ਆਵਾਜ਼ ਹੈ ਕਿ ਜਿਹੜਾ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦਾ। ਕਈ ਕਮਜ਼ੋਰ ਦਿਲ ਸ਼ਖਸ ਜਿਹੜੇ ਨੇ ਉਹ ਤੇ ਇਸ ਪਾਣੀ ਨੂੰ ਦੇਖ ਕੇ ਉਹਨਾਂ ਦਾ ਦਿਲ ਡੁੱਬ ਜਾਂਦਾ। 800 ਤੋਂ ਜ਼ਿਆਦਾ ਤਾਦਾਦ ਹੋ ਚੁੱਕੀ ਹੈ ਹੁਣ ਤੱਕ ਮਰਨ ਵਾਲਿਆਂ ਦੀ ਇਸ ਸੈਲਾਬ ਦੀ ਵਜ੍ਹਾ ਨਾਲ। ਜਿਹੜੇ ਲੋਕ ਯਾਨੀ ਸੇਫ ਬੈਠੇ ਨੇ ਉਹਨਾਂ ਨੂੰ ਅੱਲਾ ਦਾ ਖੌਫ ਔਰ ਉਹਨਾਂ ਦੇ ਵਾਸਤੇ ਦੁਆਵਾਂ ਔਰ ਉਹਨਾਂ ਵਾਸਤੇ ਮਦਦੀ, ਮੈਂ ਕਹਿੰਦਾ ਹਰ ਕਿਸਮ ਦੀ ਜਿਸ ਤਰ੍ਹਾਂ ਦੀ ਕੋਈ ਮਾਲੀ ਜਾਨੀ ਜਿਸ ਤਰ੍ਹਾਂ ਵੀ ਹੋ ਸਕਦਾ ਉਹਨਾਂ ਦੀ ਮਦਦ ਕਰਨ। ਠੀਕ ਹੈ, ਪੁਲਾਂ ਦੇ ਪੁਲ ਡਿੱਗ ਰਹੇ ਨੇ ਕਿ ਜਿਹੜੇ ਲੋਕ ਖੁਸ਼ਕੀ ਜਗ੍ਹਾ ਦੇ ਉੱਤੇ ਨੇ ਜਾਂ ਸੇਫ ਜਗ੍ਹਾ 'ਤੇ ਨੇ ਉਹਨਾਂ ਨੂੰ ਚਾਹੀਦਾ ਜਿੰਨੀ ਜਲਦੀ ਹੋ ਸਕਦਾ ਇਹਨਾਂ ਲੋਕਾਂ ਦੀ ਮਦਦ ਕਰਨ। ਉੱਥੇ ਜਾ ਕੇ ਵੀ ਔਰ ਅਗਰ ਕੋਈ ਬੰਦਾ ਜਾ ਰਿਹਾ ਤਾਂ ਉਹਦੇ ਹੱਥ ਭੇਜ ਕੇ ਤਾਂ ਕਿ ਉਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਕੋਈ ਰਾਹਤ ਮਿਲ ਜੇ ਤਾਂ ਕਿ ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ, ਉਹਨਾਂ ਦੇ ਸੌਣ ਦਾ, ਉਹਨਾਂ ਔਰਤਾਂ ਔਰ ਬੱਚਿਆਂ ਦਾ ਸਭ ਤੋਂ ਜ਼ਿਆਦਾ ਮਸਲਾ ਹੁੰਦਾ ਹੈ ਕਿ ਦੂਸਰਾ ਚਲੋ ਬੰਦਾ ਅੱਗੇ ਪਿੱਛੇ ਕਰੇ ਚੱਲ ਫਿਰ ਕੇ ਇੱਧਰ ਉੱਧਰ ਗੁਜ਼ਾਰਾ, ਲੇਕਿਨ ਔਰਤਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਪੈਦਲ ਸਫ਼ਰ ਕਰਨਾ ਕਿਉਂਕਿ ਰਾਹ ਕੋਈ ਨਹੀਂ, ਗੱਡੀਆਂ ਦਾ ਰਾਹ ਕੋਈ ਨਹੀਂ, ਹੈਲੀ ਦਾ ਕੰਮ ਹੈ। ਹੁਣ ਹੈਲੀਕਾਪਟਰ ਹਰ ਜਗ੍ਹਾ 'ਤੇ ਨਹੀਂ ਜਾ ਸਕਦਾ ਜਾਂ ਨਹੀਂ ਪਹੁੰਚ ਪਾ ਰਿਹਾ ਕਿ ਬਈ ਕਈਆਂ ਜਗ੍ਹਾ ਦੇ ਉੱਤੇ ਤੇ ਪਹੁੰਚਦਾ ਪਿਆ ਲੇਕਿਨ ਕਈਆਂ ਜਗ੍ਹਾ 'ਤੇ ਬਿਲਕੁਲ ਨਾ ਰਾਹ ਜ਼ਮੀਨੀ ਹੈ ਔਰ ਨਾ ਉਤੋਂ ਕੋਈ ਬੰਦਾ ਉਹਨਾਂ ਦੀ ਮਦਦ ਕਰਦਾ ਪਿਆ।
ਲਿਹਾਜ਼ਾ ਜਿੰਨੀ ਹੋ ਸਕਦਾ ਇਹਨਾਂ ਵਾਸਤੇ ਦੁਆ ਕਰੋ। ਇਹਨਾਂ ਵਿਚਾਰਿਆਂ ਵਾਸਤੇ ਕਈ ਲੱਖ ਜਾਨਵਰ ਰੁੜ ਗਏ, ਲੋਕਾਂ ਦਾ ਜਿਹੜਾ ਮਾਲੀ ਨੁਕਸਾਨ ਹੋਇਆ ਕਿ ਸੋਚ ਨਹੀਂ ਸਕਦੇ। ਟ੍ਰੇਨਾਂ ਦਾ ਸਫ਼ਰ ਬਲਾਕ ਹੋ ਗਿਆ ਕਿ ਬਈ ਟ੍ਰੇਨ ਸਫ਼ਰ ਜਿਹੜਾ ਸਵਾਏ ਯਾਨੀ ਤੁਸੀਂ ਦੂਰੋਂ ਕੈਮਰੇ ਦੀ ਤਰਫ ਦੇਖੋਗੇ ਕਿ ਬਈ ਕਈ ਲੱਖ ਬੰਦੇ ਜੁਦਾ ਹੋ ਗਏ ਨੇ, ਇੱਕ ਦੂਸਰੇ ਨਾਲ ਰਾਬਤਾ ਹੀ ਖਤਮ ਕੋਈ ਨਹੀਂ। ਕਈਆਂ ਇਲਾਕਿਆਂ ਦੇ ਵਿੱਚ ਬਿਜਲੀ ਕੋਈ ਨਹੀਂ, ਨੈਟ ਕੋਈ ਨਹੀਂ, ਕੋਈ ਕਿਸੇ ਨੂੰ ਬੰਦਾ ਉਹਦਾ ਪਤਾ ਨਹੀਂ ਲੈ ਸਕਦਾ, ਉਹਦੀ ਖਬਰ ਨਹੀਂ ਲੈ ਸਕਦਾ ਕਿ ਬਈ ਜ਼ਿੰਦਾ ਹੈ ਕਿ ਦੁਨੀਆ ਤੋਂ ਚਲਾ ਗਿਆ ਹੈ ਜਾਂ ਉਹਨਾਂ ਦੀ ਕੀ ਪੋਜੀਸ਼ਨ ਹੈ। ਕੋਈ ਬੇਯਾਰੋ ਮਦਦਗਾਰ ਨੇ। ਇਹ ਪੋਜੀਸ਼ਨ ਪੰਜਾਬ ਦੀ ਹੋ ਚੁੱਕੀ ਹੈ। ਅਸੀਂ ਅੱਗੇ ਦੂਸਰਿਆਂ ਸੂਬਿਆਂ ਦੀ ਮਦਦ ਕਰਦੇ ਸੀ ਔਰ ਹੁਣ ਸਾਨੂੰ ਐਸੇ ਹਫਤੇ ਬਲਕਿ 2-3 ਦਿਨ ਦੇ ਅੰਦਰ ਹੈ, 2-3 ਦੇ ਅੰਦਰ ਅਗਲੇ 2 ਦਿਨ ਦੱਸ ਰਹੇ ਨੇ ਉਹ ਹੋਰ ਜ਼ਿਆਦਾ ਖਤਰਨਾਕ ਨੇ। ਠੀਕ ਹੈ, ਅਗਲੇ 2 ਦਿਨ ਮਜ਼ੀਦ ਸਲਾਬ ਆਉਣ ਦੇ ਜ਼ਿਆਦਾ ਹਾਦਸੇ ਨੇ ਔਰ ਇੰਡੀਆ ਦੀ ਤਰਫੋਂ ਵੀ ਪਾਣੀ ਆ ਰਿਹਾ। ਉਹਨਾਂ ਦੇ ਵੀ ਵੱਸ ਦਾ ਰੋਗ ਨਹੀਂ ਹੈ ਕਿ ਵੀ ਉਹ ਰੋਕ ਸਕਣ। ਉਹਨਾਂ ਨੇ ਰੋਕ ਕੇ ਕੀ ਕਰਨਾ, ਉਹ ਰੁਕ ਸਕਦੇ ਹੀ ਨਹੀਂ। ਕਦੇ ਪਾਣੀ ਵੀ ਰੁਕੇ ਨੇ। ਅੱਗੇ ਜਦੋਂ ਸਾਡੇ ਕੋਲੇ ਆਵੇਗਾ ਤੇ ਫਿਰ ਸਾਡੇ ਵਿੱਚ ਜਿਹੜਾ ਨਾ ਉਹ ਸਾਡੀ ਅਜ਼ਮਾਇਸ਼ ਹੈ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਗੁਜ਼ਾਰਨਾ ਔਰ ਕਿਸ ਤਰ੍ਹਾਂ ਸਬਰ ਕਰਨਾ। ਤੇ ਜਿਹੜੇ ਲੋਕ ਨਜ਼ਦੀਕ ਨੇ, ਕਰੀਬ ਨੇ, ਸਾਡੇ ਕੋਲੇ ਕੁਰੀ ਬਲੌਰਪੁਰ ਤੋਂ ਇਲਾਵਾ ਕਾਫੀ ਪਿੰਡ ਗੁਜਰਾਤ ਦੇ ਜਿਹੜੇ ਬੇਸ਼ੱਕ ਥੋੜੇ ਦੂਰ ਵੀ ਨੇ ਨਾ, ਉੱਥੋਂ ਤੱਕ ਪਾਣੀ ਆ ਗਿਆ। ਲੇਕਿਨ ਸਿਆਲਕੋਟ ਨੂੰ ਬਹੁਤ ਜ਼ਿਆਦਾ, ਨਾਰੋਵਾਲ ਜਿੰਨਾ ਵੀ ਹੈ ਉਹ ਪਾਣੀ ਦੇ ਵਿੱਚ। ਅੱਗੇ ਤੋੜ ਹੈਡ ਹਾਨਕੀ, ਹੈਡ ਫਕੀਰੀਆਂ, ਇਹ ਸਾਰਿਆਂ ਦੇ ਵਿੱਚ ਕਈ ਜਗ੍ਹਾ ਤੇ ਬੰਬ ਬਲਾਸਟ ਕਰਕੇ ਔਰ ਪਾਣੀ ਨੂੰ ਰਾਹ ਦਿੱਤਾ ਗਿਆ ਤਾਂ ਕਿ ਪਾਣੀ ਆਸਾਨੀ ਨਾਲ ਗੁਜ਼ਰ ਜਾਏ। ਯਾਨੀ ਇਹ ਪੋਜੀਸ਼ਨ ਹੈ। ਲਿਹਾਜ਼ਾ ਸਾਰਿਆਂ ਅੱਗੇ ਅਪੀਲ ਹੈ ਕਿ ਇਹਨਾਂ ਵਾਸਤੇ ਦੁਆ ਵੀ ਕਰੋ ਔਰ ਇਹਨਾਂ ਵਾਸਤੇ ਮਦਦ ਵੀ ਇਹਨਾਂ ਵਾਸਤੇ ਜਿੰਨੀ ਹੋ ਸਕਦੀ। ਤੁਹਾਨੂੰ ਕੋਲੋਂ ਕੋਈ ਕੈਂਪ ਲਾਉਂਦਾ ਹੈ ਤੇ ਉਹਨਾਂ ਨੂੰ ਕੈਂਪ ਦੇ ਵਿੱਚ ਮਦਦ ਭੇਜੋ, ਇਹਨਾਂ ਵਾਸਤੇ ਬਿਸਤਰੇ ਭੇਜੋ ਔਰ ਕੱਪੜੇ ਭੇਜੋ। ਮਾਸਲਾਮ।